12 ਸਾਲ ਇਹਨਾਂ ਬ੍ਰਾਇਲਰ ਕੀਤਾ ਕਿ ਇਹ ਕੈਸਾ ਬਿਜ਼ਨਸ ਹੈ, ਚੂਜ਼ਾ ਕਿੱਥੋਂ ਆਂਦਾ ਉਹ ਵੀ ਤੁਹਾਨੂੰ ਦੱਸਾਂਗੇ, ਕਿੰਨੀ ਬਚਤ ਹੈ ਤੇ ਕਿੰਨੇ ਦਿਨਾਂ 'ਚ ਤਿਆਰ ਹੁੰਦਾ ਸਾਰਾ ਕੁਝ ਤੁਹਾਨੂੰ। ਬਿਜ਼ਨਸ ਬੜਾ ਅੱਛਾ ਹੈ, ਇਹਦੇ ਵਿੱਚ ਸਾਡੀ ਇਨਵੈਸਟਮੈਂਟ ਪਹਿਲੇ ਹੁੰਦੀ ਸਾਰੀ। ਬ੍ਰਾਇਲਰ 'ਚ ਬੜਾ ਰਿਸਕ ਹੈ, ਹਰ ਬਰੀਡ ਦੀ ਅਲੱਗ-ਅਲੱਗ ਹੈਚਰੀ ਹੈ। ਵਲੀ 'ਚ 1 ਸਾਲ ਹੈ ਹਾਂਜੀ 90,000 ਤੋਂ ਲੱਖ ਲੇਅਰ ਮੁਰਗੀ ਹੈ ਇਹਨਾਂ ਦੇ ਅੰਡਰ। 16-17 ਹਫ਼ਤੇ ਜਾ ਕੇ ਤਿਆਰ ਹੋ ਜਾਂਦੀ ਹੈ। ਹੁਣ ਅਗਲੇ 2 ਸਾਲ ਸੌਖੇ ਲੰਘ ਜਾਣ ਗੱਲਾਂ ਕਰ ਕਰੇ। ਵੈਕਸੀਨਾਂ ਲਾਈਵ ਹੁੰਦੀਆਂ ਨੇ। ਤੇ ਉਸਤਾਦ ਜੀ ਇਹਨਾਂ ਦੇ ਫਾਇਦੇ ਦੱਸ ਦਿਓ। ਪਹਿਲੀ ਜਿਹੜੀ ਛਿਲਕਾ ਅੰਡੇ ਦਾ ਬਣਦਾ ਹੈ ਬਿਲਕੁਲ। ਕੇਜ ਵਾਸਤੇ ਫਿਰ ਇੱਕ ਲੰਮਾ ਪ੍ਰੋਜੈਕਟ, ਉਹਦੇ ਵਾਸਤੇ ਮੁਰਗੀ ਜ਼ਿਆਦਾ ਆਉਂਦੀ ਹੈ ਕੇਜ ਦੇ ਵਿੱਚ ਨਾ। ਇਹ ਅੰਡਾ ਕਿੰਨਾ ਦਿੰਦੀ ਹੈ, ਕਿੰਨੀ ਦੇਰ ਤੱਕ ਅੰਡਾ ਦਿੰਦੀ ਹੈ? ਤੁਸੀਂ ਇਹਦੇ ਕੋਲ 3 ਸਾਲ ਤੱਕ ਅੰਡਾ ਲੈ ਸਕਦੇ ਜੇ। ਕਮ ਤੋਂ ਕਮ ਕਿੰਨਾ ਲੇਅਰ ਚੂਜ਼ਾ ਡਿਲੀਵਰ ਹੋ ਸਕਦਾ ਹੈ? ਚਾਂਸ ਹੈ ਨੇ ਚੂਜ਼ਾ ਥੱਲੇ ਆਏਗਾ। ਥੱਲੇ ਆਏ ਦੇ ਵਿੱਚ ਪਿਛਲੇ ਸਾਲ ਤੇ ਜੀ ਬੜਾ ਪ੍ਰੋਫਿਟ ਸੀ। ਚੂਜ਼ੇ ਨੂੰ ਕੋਈ ਸਾਂਸ ਦਾ ਮਸਲਾ ਹੁੰਦਾ ਹੈ, ਫਿਰ ਉਹ ਇਸ ਤਰ੍ਹਾਂ ਚੂਜ਼ਾ ਨਾ ਹੋ ਕੇ ਬੈਠਦਾ ਹੈ। ਗੰਬੋਰ ਉਹਦੇ ਤੇ ਅਟੈਕ ਜ਼ਿਆਦਾ ਹੁੰਦਾ ਜੇ। ਅੱਛਾ ਜੀ, ਜਿਹੜਾ ਛੋਟਾ ਚੂਜ਼ਾ ਉਹਨੂੰ ਟੈਂਪਰੇਚਰ ਕੀ ਦੇਣਾ? ਪਹਿਲੇ ਹਫਤੇ ਦਾ, ਦੂਸਰੇ ਹਫਤੇ ਦਾ? ਹਾਂਜੀ, ਫਿਰ ਇਹਦਾ ਫੁੱਲ ਜ਼ੋਰ ਹੁੰਦਾ ਅੰਡੇ ਦੇ। ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਨੇ? ਠੀਕ ਠਾਕ, ਉਮੀਦ ਕਰਨਾ ਸਭ ਖੈਰ ਖੈਰੀਅਤ ਨਾਲ ਹੋਣਗੇ। ਅੱਛਾ ਜੀ, ਅੱਜ ਤੁਹਾਨੂੰ ਅਸੀਂ ਮਿਲਵਾਉਂਦੇ ਹਾਂ ਸਾਡੇ ਸੀਨੀਅਰ ਜਿਹੜੇ ਸੁਪਰਵਾਈਜ਼ਰ ਨੇ ਉਹਨਾਂ ਦੇ ਨਾਲ, ਤੇ ਉਹਦੇ ਨਾਲ ਗੱਲਬਾਤ ਕਰਨੇ ਆ ਤੇ ਫਿਰ ਤੁਹਾਨੂੰ ਸਾਰਾ ਕੁਝ ਡਿਟੇਲ ਵਿੱਚ ਦੱਸਣੇ ਆ। ਸਾਹਮਣੇ ਤੁਸੀਂ ਵੇਖ ਲਿਆ ਹੋਣਾ, ਤੇ ਆਓ ਸ਼ੁਰੂ ਕਰਦੇ ਆ। ਹਾਂਜੀ, ਕੀ ਹਾਲ ਨੇ ਉਸਤਾਦ ਜੀ? ਠੀਕ ਹੋ? ਕਰਮ ਅੱਲਾ ਪਿਆ ਦਾ ਹੋ, ਸਭ ਖਰੀਆ ਤੇ ਅੱਲਾ ਦਾ ਸ਼ੁਕਰ। ਅੱਛਾ ਜੀ, ਇਹ ਨੇ ਉਸਤਾਦ ਨੇ ਸਾਡੇ ਸੀਨੀਅਰ ਸੁਪਰਵਾਈਜ਼ਰ ਵੀ ਨੇ। ਰਹਿਮਾਨ ਸ਼ਾਹਿਦ ਫਰਾਮ ਕਿੱਥੋਂ? ਫਰਾਮ ਬੂਰੇ ਵਾਲਾ। ਬੂਰੇ ਵਾਲਾ। ਅੱਛਾ ਜੀ, ਇਹਨਾਂ ਦੇ ਨਾਲ ਅਸੀਂ ਕੋਈ ਅਜੇ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਤੁਹਾਨੂੰ ਵੀ ਨਾਲ ਮਤਲਬ ਦੱਸਾਂਗੇ, ਇਹਨਾਂ ਦੀ ਜ਼ੁਬਾਨੀ ਜਾਣਾਂਗੇ ਕਿ ਇਹਨਾਂ ਦਾ ਮਾਸ਼ਾਅੱਲਾ ਕਾਫੀ ਤਜਰਬਾ ਹੈ। ਪਹਿਲਾਂ ਬ੍ਰਾਇਲਰ ਦਾ ਕਰਦੇ ਰਹੇ ਉਸਤਾਦ ਜੀ? ਪਹਿਲੇ ਬਲੈਦਰ 'ਚ ਰਹੇ ਕਿੰਨੇ ਸਾਲ? ਬ੍ਰਾਇਲਰ ਤਕਰੀਬਨ ਰਹੇ 12 ਸਾਲ। 12 ਸਾਲ ਇਹਨਾਂ ਬ੍ਰਾਇਲਰ ਕੀਤਾ। ਮੁੜ ਕੇ ਇੱਥੇ 3-4 ਸਾਲ ਹੋ ਗਏ ਨੇ। 3 ਸਾਲ 4 ਸਾਲ ਸਾਨੂੰ ਤਕਰੀਬਨ ਦੂਸਰਾ ਪਾ ਲਈਏ। ਤੇ ਕਿਹਦਾ ਐਕਸਪੀਰੀਅੰਸ ਰਿਹਾ? ਹਾਂ, ਇਸ ਦਫਾ ਤਾਂ ਤਕਰੀਬਨ ਨਾਰਮਲ ਹੀ ਰਹਿ ਗਿਆ ਜੇ, ਕੋਈ ਨਹੀਂ। ਪਿਛਲੀ ਦਫਾ ਤਾਂ ਬੜਾ ਅੱਛਾ ਸੀਜ਼ਨ ਲੱਗਿਆ। ਹਾਂਜੀ, ਇਹ ਵੀ ਚਲੋ ਨੁਕਸਾਨ ਨਹੀਂ, ਨੁਕਸਾਨ ਤੋਂ ਲਾ ਬਚਾਈ ਰੱਖੇ ਤਾਂ ਸਾਰੇ ਭਰਾਵਾਂ ਦੋਸਤਾਂ ਨੂੰ ਅੱਛੀ ਗੱਲ ਹੈ। ਲੇਕਿਨ ਐਤਕੀ ਇਤਨਾ ਨੁਕਸਾਨ ਕੋਈ ਨਹੀਂ ਹੋਇਆ। ਪੈਸੇ ਪੂਰੇ ਸ਼ੁਰੂ ਹੋ ਗਏ ਨੇ ਸਾਡੇ ਤਕਰੀਬਨ, ਬਸ ਬਰਾਬਰੀ ਹੋ ਗਈ ਹੈ। ਹਾਂਜੀ, ਬਰਾਬਰਾਂ ਤੇ ਛੁੱਟ ਗਿਆ ਕੰਮ। ਜੀ ਜੀ, ਚਲੋ। ਅੱਛਾ ਜੀ, ਪਹਿਲਾਂ ਨਾ ਸਾਡਾ ਸਾਜ ਇਧਰ ਆ ਜਾਓ, ਇਧਰੋਂ ਫਿਰ ਨਾ ਵਿੱਚ ਆਓ। ਅੱਛਾ ਜੀ, ਪਹਿਲਾ ਸਾਡਾ ਕਿ ਲੇਅਰ ਫਾਰਮਿੰਗ ਦਾ ਜਿਹੜਾ ਬਿਜ਼ਨਸ ਹੈ ਉਹ ਕੈਸਾ ਬਿਜ਼ਨਸ ਹੈ, ਠੀਕ ਹੈ? ਉਹਦੇ ਬਾਰੇ ਅਸੀਂ ਹੁਣ ਤੁਹਾਨੂੰ ਦੱਸਾਂਗੇ ਕਿ ਇਹ ਕੈਸਾ ਬਿਜ਼ਨਸ ਹੈ। ਦੂਸਰੇ ਨੰਬਰ 'ਤੇ ਪੁੱਛਦੇ ਨੇ ਲੋਕ ਸਵਾਲ ਕਿ ਚੂਜ਼ਾ ਕਿੱਥੋਂ ਆਂਦਾ, ਉਹ ਵੀ ਤੁਹਾਨੂੰ ਦੱਸਾਂਗੇ। ਫਿਰ ਕਿੰਨੀ ਬਚਤ ਹੈ ਤੇ ਕਿੰਨੇ ਦਿਨਾਂ 'ਚ ਤਿਆਰ ਹੁੰਦਾ ਸਾਰਾ ਕੁਝ ਤੁਹਾਨੂੰ ਭਾਈ ਅਬਦੁਰਰਹਿਮਾਨ ਨੇ ਇਹਨਾਂ ਦੀ ਜ਼ੁਬਾਨੀ ਅੱਜ ਜਾਣਨ ਦੀ ਕੋਸ਼ਿਸ਼ ਕਰਨੇ ਆ। ਹਾਂਜੀ ਉਸਤਾਦ ਜੀ, ਕੈਸਾ ਬਿਜ਼ਨਸ ਹੈ ਲੇਅਰ ਦਾ? ਬਿਜ਼ਨਸ ਬੜਾ ਅੱਛਾ ਹੈ, ਬੜਾ ਸਹੀ ਬਿਜ਼ਨਸ ਹੈ। ਠੀਕ ਹੋ ਕਰਨਾ ਚਾਹੀਦਾ ਹੈ, ਹਰ ਬੰਦੇ ਨੂੰ ਕਰਨਾ ਚਾਹੀਦਾ ਹੈ। ਲੇਕਿਨ ਇਹਦੇ ਤੇ ਹੈ ਪਹਿਲੇ ਸ਼ੁਰੂ ਦੇ ਵਿੱਚ ਪੈਸੇ ਇਨਵੈਸਟ ਕਰਨੇ ਪੈਂਦੇ ਨੇ। ਬਿਲਕੁਲ। ਤੇ ਉਸ ਤੋਂ ਬਾਅਦ ਅੱਲਾ ਕਰੇ ਰੇਟ ਸ਼ੇਟ ਠੀਕ ਹੋਣ ਤੇ ਬੜਾ ਅੱਛਾ ਬਿਜ਼ਨਸ ਹੈ, ਬੜੀ ਠੀਕ ਚੀਜ਼ ਹੈਗੀ ਹੈ। ਤੇ ਉਸਤਾਦ ਜੀ, ਜੇ ਕੰਪੇਅਰ ਇਹਨੂੰ ਕਰੀਏ ਬ੍ਰਾਇਲਰ ਦੇ ਨਾਲ? ਬ੍ਰਾਇਲਰ ਦੇਖੋ ਜੀ, ਬ੍ਰਾਇਲਰ ਜਿਹੜਾ ਨਾ ਉਹਦਾ ਹੈ ਕਾਰੋਬਾਰ ਜਿਹੜਾ ਨਾ ਉਹ 40-45 ਦਿਨ ਬਾਅਦ ਸਾਨੂੰ ਪਤਾ ਚੱਲ ਜਾਂਦਾ ਹੈ। ਇਹ ਥੋੜਾ ਜਿਹਾ ਬਿਜ਼ਨਸ ਹੈ ਲੰਬਾ ਸਾਡਾ। ਇਹਦੇ ਵਿੱਚ ਸਾਡੀ ਇਨਵੈਸਟਮੈਂਟ ਪਹਿਲੇ ਹੁੰਦੀ ਸਾਰੀ। ਬਿਲਕੁਲ। ਉਸ ਤੋਂ ਬਾਅਦ ਬ੍ਰਾਇਲਰ ਤੇ ਇਨਵੈਸਟਮੈਂਟ ਜਿਹੜੀ ਉਹ ਜਿੰਨੀ ਤੁਸੀਂ ਕਰ ਲੈਣੀ, ਉਸ ਤੋਂ ਬਾਅਦ ਯਾਨੀ ਕਿ ਤੁਸੀਂ ਉਹਨੂੰ 40-45 ਦਿਨ ਬਾਅਦ ਸੇਲ ਕਰ ਦੇਣਾ, ਉਹ ਤੁਹਾਨੂੰ ਪਤਾ ਚੱਲ ਜਾਂਦਾ। ਲੇਕਿਨ ਇਹਦੀ ਜਿਹੜੀ ਸਮਝੋ ਪਹਿਲੇ 4 ਮਹੀਨੇ ਨਾ ਉਹ ਸਾਨੂੰ ਆਪਣੀ ਸੇਵਾ ਕਰਨੀ ਪੈਂਦੀ ਹੈ। ਇੱਕ ਜਿਸ ਤਰ੍ਹਾਂ ਛੋਟਾ ਬੱਚਾ ਆਉਂਦਾ ਹੈਗਾ, ਉਹਨੂੰ ਫਿਰ ਲਿਆਉਣਾ ਹੈ, ਸ਼ੈੱਡ 'ਚ ਲੈ ਕੇ ਆਉਣਾ, ਉਹਨੂੰ ਫਿਰ ਦੇਖਭਾਲ ਕਰਨੀ, ਉਹਨੂੰ ਪਾਲਣਾ ਬੜਾ ਹੁੰਦਾ, ਵੈਕਸੀਨਾਂ ਹੁੰਦੀਆਂ ਨੇ, ਬੜਾ ਖਰਚੇ ਹੁੰਦੇ ਨੇ। ਤੇ ਉਸਤਾਦ ਜੀ, ਲੇਅਰ ਨੂੰ ਕੰਪੇਅਰ ਕਰੀਏ ਤੇ ਬ੍ਰਾਇਲਰ ਨਾਲ, ਇਹ ਸੌਖਾ ਕੰਮ ਹੈ ਕਿ ਉਹ ਸੌਖਾ? ਖੈਰ, ਲੇਅਰ ਦਾ ਕੰਮ ਜਿਹੜਾ ਹੈ ਨਾ ਉਹ ਬ੍ਰਾਇਲਰ ਤੋਂ ਕੋਈ ਆਸਾਨ ਨਹੀਂ ਹੈ। ਰਿਸਕ ਕਿਹਦੇ 'ਚ ਘੱਟ ਹੈ? ਰਿਸਕ ਇਹਦੇ 'ਚ ਕੰਮ ਹੈ। ਸਹੀ ਹੈ। ਬ੍ਰਾਇਲਰ 'ਚ ਬੜਾ ਰਿਸਕ ਹੈ, ਇਹਦੇ 'ਚ ਐਡੇ ਮਸਲੇ ਕੋਈ ਨਹੀਂ ਆਉਂਦੇ। ਸਹੀ ਠੀਕ ਰਹਿ ਜਾਂਦਾ ਬਿਜ਼ਨਸ। ਦੂਸਰਾ ਬ੍ਰਾਇਲਰ ਵਾਲਾ ਬਿਜ਼ਨਸ ਜਿਹੜਾ ਨਾ ਉਹ ਬਸ ਥੋੜਾ ਰਿਸਕੀ ਹੈ। ਰਿਸਕੀ ਬਿਜ਼ਨਸ ਹੈ, ਬੜਾ ਸਾਰਾ ਹੀ, ਥੋੜਾ ਨਹੀਂ ਬੜਾ ਸਾਰਾ ਹੀ ਹੈ। ਬੜਾ ਸਾਰਾ ਹੀ ਹੈ। ਹਾਂਜੀ। ਅੱਛਾ ਉਸਤਾਦ ਜੀ, ਦੂਸਰੇ ਨੰਬਰ ਤੇ ਇਹ ਦੱਸੋ ਕਿ ਇਹਦਾ ਜਿਹੜਾ ਚੂਜ਼ਾ ਹੈ ਉਹ ਕਿੱਥੋਂ ਮਿਲਦਾ ਹੈ? ਬੜੇ ਲੋਕ ਪੁੱਛਦੇ ਨੇ ਕਿ ਯਾਰ ਚੂਜ਼ਾ ਕਿੱਥੋਂ ਲਈਏ? ਮਿਲਦਾ ਹੈਗਾ ਜੇ, ਦੂਸਰਾ ਹੈਚਰੀਆਂ ਨੇ ਬਣੀਆਂ ਹੋਈਆਂ। ਠੀਕ ਹੈ। ਜਿਸ ਤਰ੍ਹਾਂ ਹਰ ਬਰੀਡ ਦੀ ਅਲੱਗ-ਅਲੱਗ ਹੈਚਰੀ ਹੈ।
LX ਹੋ ਗਈ, ਨੋਵਾਜਿਨ ਹੋ ਗਈ, ਹੋਰ ਕਈ ਸਾਰੀਆਂ ਬਰੀਡਾਂ ਨੇ ਇਹਦੀਆਂ। ਤੇ ਇਹ ਜਿਹੜਾ ਅਸੀਂ ਜਿੱਥੋਂ ਲੈ ਕੇ ਆਉਂਦੇ ਆ ਨਾ, ਇਹ ਹੈ ਤਕਰੀਬਨ ਇੱਧਰ ਜੇਲਮ ਵਾਲੀ ਸਾਈਡ ਦੇ ਨਾ, ਚਕਵਾਲ ਵਾਲੀ ਸਾਈਡ ਦੇ, ਉੱਥੋਂ ਅਸੀਂ ਲੈ ਕੇ ਆਏ ਨੋਵਾਜਿਨ ਵਲੀ ਚਿਕਸ ਵਾਲਿਆਂ ਹਾਂਜੀ, ਵਲੀ ਚਿਕਸਾਂ ਜੀ, ਉੱਥੋਂ ਅਸੀਂ ਬਰੀਡ ਲਿਆਂਦੀ ਹੈਗੀ ਹੈ। ਤੇ ਤਕਰੀਬਨ ਆਪਣਾ ਪਹਿਲੇ ਸਾਲ 'ਚ ਚੱਲਦੀ ਪਈ ਮੁਰਗੀ। ਇਹ ਜੀ ਉਸਤਾਦ ਅਬਦੁਰ ਰਹਿਮਾਨ ਨੇ ਇਹਨਾਂ ਦਾ ਨਾਮ ਹੈ, ਤੇ ਇਹ ਸੀਨੀਅਰ ਨੇ। ਇਹ ਆਉਂਦੇ ਨੇ ਕਦੀ ਨਾ 10 ਦਿਨਾਂ ਬਾਅਦ, ਹਫ਼ਤੇ ਬਾਅਦ ਨਾ ਚੱਕਰ ਲਾ ਕੇ ਨਾ ਕੰਡੀਸ਼ਨ ਵੇਖ ਕੇ ਮੁਰਗੀ ਚਲੇ ਜਾਂਦੇ ਨੇ। ਇਹਨਾਂ ਦੇ ਅੰਡਰ ਮਾਸ਼ਾਅੱਲਾ ਜੀ 90,000 ਤੋਂ ਲੱਖ ਲੇਅਰ ਮੁਰਗੀ ਹੈ ਇਹਨਾਂ ਦੇ ਅੰਡਰ, ਜਿਨ੍ਹਾਂ ਨੂੰ ਮਤਲਬ ਦੇਖਦੇ ਨੇ ਤੇ ਸੰਭਾਲਦੇ ਨੇ, ਮਤਲਬ ਚੱਕਰ ਲਾਣਾ ਇਹਨਾਂ ਨੇ ਨਾ ਸ਼ੈੱਡ ਦੇ ਉੱਤੇ, ਤੇ ਇਹ ਸਾਰਾ ਸਿਸਟਮ ਹੈ। ਤੇ ਉਸਤਾਦ ਜੀ ਅੱਗੋਂ ਇਹ ਪੁੱਛਦੇ ਨੇ ਕਿ ਕਿੰਨੇ ਦਿਨਾਂ 'ਚ ਤਿਆਰ ਹੁੰਦੀ ਹੈ, ਇਹ ਵੀ ਦੱਸ ਦਿਓ। ਹਾਂ, ਤਕਰੀਬਨ ਇਹ 16-17 ਹਫ਼ਤੇ ਜਾ ਕੇ ਤਿਆਰ ਹੋ ਜਾਂਦੀ ਹੈ, ਮੈਚੁਰ ਹੋ ਜਾਂਦੀ ਹੈ। ਉਸ ਤੋਂ ਬਾਅਦ ਫਿਰ ਇਹ ਅੰਡੇ ਤੇ ਆ ਜਾਂਦੀ ਹੈ। ਸਹੀ ਹੈ। ਹਾਂਜੀ, ਤੇ ਜੇ ਇਹਨੂੰ ਕੰਪੇਅਰ ਕਰੀਏ, ਇਹ ਸਾਡੇ ਕੋਲ ਮੁਰਗੀ 10,000, ਇਹਨੂੰ ਕੰਪੇਅਰ ਕਰੀਏ ਪਿਛਲੇ ਸਾਲ ਦੇ ਨਾਲ, ਤੇ ਫਿਰ ਕੀ ਹਿਸਾਬ ਤਾ ਸੀ? ਦੇਖੋ, ਅਗਰ ਇਹਨੂੰ ਪਿਛਲੇ ਸਾਲ ਨਾਲ ਕੰਪੇਅਰ ਕੀਤਾ ਜਾਂਦਾ ਤੇ ਫਿਰ ਤੇ ਬੜਾ ਹੀ ਪ੍ਰੋਫਿਟ ਸੀ। ਬਿਲਕੁਲ। ਹਾਂਜੀ, ਕਿਉਂਕਿ ਇਸ ਦਫਾ ਤੇ ਫਿਰ ਸਾਰਾ ਦੇ ਸਾਹਮਣੇ ਹੀ ਹੈ, ਰੇਟ ਹੀ ਕੋਈ ਨਹੀਂ ਗਿਆ ਹੈਗਾ। ਰੇਟ ਦੀ ਬੜੀ ਮਾਰ ਪਈ ਹੈ। ਦੂਸਰਾ ਇਹ ਨਾ ਸੀਜ਼ਨ ਦੇ ਵਿੱਚ 2 ਸਾਲ ਜਿਹੜੇ ਹੁੰਦੇ ਨੇ ਨਾ, 3 ਸਾਲ ਉਹ ਲੱਗ ਜਾਂਦੇ ਨੇ। ਹੁਣ ਅਗਲੇ 2 ਸਾਲ ਸੌਖੇ ਲੰਘ ਜਾਣਗੇ, ਅੱਲਾ ਖੈਰ ਕਰੇ। ਇਸ ਦਫਾ ਮਾਰ ਪੈ ਗਈ ਪੋਲਟਰੀ ਵਾਲਿਆਂ ਨੂੰ, ਤੇ ਅਗਲੇ ਸਾਲ ਇਨਸ਼ਾਅੱਲਾ ਜਿਹੜੇ 2-3 ਹੈ ਨੇ ਉਹ ਅੱਛੇ ਲੱਗਣਗੇ ਅੰਡੇ ਦੀ ਨਿਸਬਤ। ਕਿਉਂਕਿ ਇਸ ਦਫਾ ਅੰਡਾ ਬਹੁਤ ਜ਼ਿਆਦਾ ਲੋਕਾਂ ਨੇ ਸਟਾਕ ਕੀਤਾ ਹੋਇਆ ਸੀ, ਟੋਰਾਂ 'ਚ ਲਾਇਆ ਸੀ, ਉਹਦੀ ਵਜ੍ਹਾ ਤੋਂ ਮਾਰ ਪਈ ਹੈ। ਹਾਂਜੀ, ਮਾਰ ਪਈ ਹੈਗੀ ਹੈ। ਉਸ ਤੋਂ ਬਾਅਦ ਉਸਤਾਦ ਜੀ ਇਹ ਜਿਹੜੀ ਇਹ ਵੈਕਸੀਨੇਸ਼ਨਾਂ ਨੇ, ਇਹ ਦੱਸ ਦਿਓ ਕਿਹੜੇ ਹਫਤੇ 'ਚ ਕਿਹੜੀ ਲਵਾਉਣੀ ਚਾਹੀਦੀ? ਪਹਿਲਾਂ ਆਂਦਾ ਬੱਚਾ ਹੈ, ਉਹਨੂੰ ਕਿਹੜੀ ਵੈਕਸੀਨੇਸ਼ਨ? ਪਹਿਲੇ ਆਂਦੇ ਨੂੰ ਇਹਨੂੰ ਲੱਗਦੀ ਜੇ NDIB ਨਾ, ਸਹੀ ਹੋ 5 ਦਿਨ ਤੇ। ਸਹੀ ਹੈ। ਉਸ ਤੋਂ ਬਾਅਦ ਫਿਰ ਇਹਨੂੰ ਵੈਕਸੀਨਾਂ ਲਾਈਵ ਹੁੰਦੀਆਂ ਨੇ। ਬਿਲਕੁਲ। ਫਿਰ ਇਹਨੂੰ ਜਾ ਕੇ ਲੱਗਦੀ ਹੈਗੀ ਜੇ ਦੂਸਰਾ H9 ਲੱਗਦੀ ਏ। ਫਿਰ ਉਸ ਤੋਂ ਬਾਅਦ ਇਹਨੂੰ EDS ਲੱਗਦੀ 90 ਦਿਨ ਤੋਂ। ਕੋਈ ਪਹਿਲੇ ਲਵਾ ਲੈਂਦੇ ਨੇ, ਕੋਈ ਜਾ ਕੇ 90 ਦਿਨ ਤੇ ਲਵਾਉਂਦੇ ਨੇ, ਲੇਕਿਨ ਅਸੀਂ ਤਕਰੀਬਨ ਚੌਥੇ ਮਹੀਨੇ 'ਚ ਲਵਾ ਲਈ ਸੀ ਇਹਨੂੰ। ਸਹੀ। ਤੇ ਉਸਤਾਦ ਜੀ ਇਹਨਾਂ ਦੇ ਫਾਇਦੇ ਦੱਸ ਦਿਓ। ਪਹਿਲੀ ਜਿਹੜੀ ਤੁਸੀਂ ਦੱਸੀ ਉਹਦਾ ਕੀ ਫਾਇਦਾ, ਦੂਸਰੀ, ਤੀਸਰੀ, ਚੌਥੀ ਦਾ? ਜਿਹੜੀ ਹੈਗੀ ਨਾ NDIB ਹੁੰਦੀ ਵੈਕਸੀਨ, ਇਹ ਜਿਹੜੀ ਰਾਣੀ ਖੇਤ ਦੀ ਬਿਮਾਰੀ ਹੁੰਦੀ ਹੈ ਨਾ, ਬਿਲਕੁਲ, ਤੇ ਉਹਦੇ ਤੋਂ ਇਹਨੂੰ ਯਾਨੀ ਕਿ ਤਹਫੁਜ਼ ਫਰਾਹਮ ਕਰਦੀ ਹੈ। ਉਸ ਤੋਂ ਦੂਸਰੀ H9 ਦੀ ਮਸਲਾ ਹੁੰਦਾ ਹੈ, ਤੇ ਉਹਦੀ ਵਜ੍ਹਾ ਤੋਂ ਲੱਗਦੀ ਹੈ। ਤੀਸਰੀ EDS ਹੁੰਦੀ ਹੈ, ਤੇ ਕਿ ਮੁਰਗੀ ਦੇ ਅੰਦਰ ਜਿਹੜਾ ਛਿਲਕਾ ਅੰਡੇ ਦਾ ਬਣਦਾ ਹੈ, ਬਿਲਕੁਲ, ਉਹਦੀ ਮਜ਼ਬੂਤੀ ਵਾਸਤੇ ਉਹ EDS ਲੱਗਦੀ ਹੈ ਇਹਨੂੰ। ਸਹੀ ਹੋ। ਇਹਨੂੰ ਵੈਕਸੀਨਾਂ ਲੱਗਦੀਆਂ ਨੇ ਜੀ। ਬਾਕੀ ਲਾਈਵ ਪਈ ਜਾਂਦੀ ਹਰ ਮਹੀਨੇ। ਸਹੀ ਹੈ। ਐਂਟੀਕਲੋਨ, ਲਸੋਟਾ, ਇਹ ਫਿਰ ਇਹਨੂੰ ਹਰ ਮਹੀਨੇ ਪਈ ਜਾਂਦੀ ਹੈ। ਉਸ ਤੋਂ ਵਿਟਾਮਿਨ ਵਗੈਰਾ ਵੀ ਦੱਸ ਦਿਓ। ਵਿਟਾਮਿਨ ਵਗੈਰਾ ਅਸੀਂ ਇਹਨੂੰ ਐਡਕ ਵਗੈਰਾ ਦੇਈਦਾ, ਮਲਟੀ ਵਿਟਾਮਿਨ ਦੇ ਲਈਦੇ ਨੇ। ਬਾਕੀ ਅੱਲਾ ਕਰੇ ਕੋਈ ਮਸਲਾ ਨਾ ਬਣੇ ਤੇ ਬਸ ਇਹਨਾਂ ਨਾਲ ਹੀ ਚੱਲਦੀ ਰਹਿੰਦੀ ਹੈ। ਜੇ ਅਗਰ ਕੋਈ ਮਸਲਾ ਮਸਾਇਲ ਬਣ ਜਾਏ ਫਿਰ ਨਾਲ ਟ੍ਰੀਟਮੈਂਟ ਕਰਨਾ ਪੈਂਦਾ ਜੀ। ਸਹੀ ਹੋ ਗਿਆ ਉਸਤਾਦ ਜੀ। ਉਸ ਤੋਂ ਬਾਅਦ ਕੇਜ ਦਾ ਕੀ ਹਿਸਾਬ ਕਿਤਾਬ ਹੁੰਦਾ? ਜਿਹੜਾ ਕੇਜ ਲੋਕ ਲਾਉਂਦੇ ਨੇ, ਕੇਜ ਸਹੀ ਹੈ ਕਿ ਇਹ ਸਿਸਟਮ ਸਹੀ ਹੈ? ਦੇਖੋ ਜੀ, ਕੇਜ ਵਾਸਤੇ ਫਿਰ ਇੱਕ ਲੰਮਾ ਪ੍ਰੋਜੈਕਟ, ਉਹਦੇ ਵਾਸਤੇ ਜ਼ਿਆਦਾ ਇਨਵੈਸਟਮੈਂਟ ਹੋਏਗੀ ਤੁਹਾਡੀ। ਉਹੀ ਗੱਲ ਮੈਂ ਕਹਿੰਦਾ ਵਾ ਕਿ ਪੈਸਾ ਜ਼ਿਆਦਾ ਚਾਹੀਦਾ। ਜਿਹੜਾ ਹੈ ਇਹਦਾ ਪੇਟੀ ਦਾ ਤੇ ਉਹਦਾ ਪੇਟੀ ਦਾ ਕੋਈ ਤਕਰੀਬਨ 300-400 ਦਾ ਫਰਕ ਹੁੰਦਾ ਹੈ। ਉਹਦੀ ਪੇਟੀ ਮਹਿੰਗੀ ਹੁੰਦੀ ਹੈ। ਉਹਦੀ ਪੇਟੀ ਮਹਿੰਗੀ ਹੁੰਦੀ ਹੈ ਕਿਉਂਕਿ ਉਹਦਾ ਅੰਡਾ ਸਾਫ਼ ਹੁੰਦਾ ਹੈ, ਸਾਫ਼ ਸੁਥਰਾ ਹੁੰਦਾ ਹੈ। ਫਲੋਰ ਤੇ ਰਾਜਾ ਅੰਡਾ ਮੈਲਾ ਹੁੰਦਾ ਹੈ, ਬਸ ਇੰਜੀ ਹੈ। ਇਹ ਚੀਜ਼ ਹੈ। ਕੇਜ ਤੇ ਫਿਰ ਇਨਵੈਸਟ ਵੀ ਤੁਹਾਡੀ ਜ਼ਿਆਦਾ ਹੋਏਗੀ ਉਨੀ। ਉਹਦੇ ਤੇ ਉਸਤਾਦ ਜੀ ਫੀਡ ਦਾ ਵੀ ਕੋਈ ਹੁੰਦਾ ਹੈ, ਘੱਟ ਵੱਧ ਲੱਗਦੀ? ਹਾਂ, ਫੀਡ ਵੀ ਤੁਹਾਡੀ ਘੱਟ ਹੀ ਜ਼ਾਇਆ ਹੁੰਦੀ ਉਹਦੇ ਤੇ ਨਾ। ਉਹਦੇ 'ਚ ਜਿਹੜੀ ਮੈਨੂਅਲ ਫੀਡ ਹੈ ਉਹਦੇ 'ਚ ਤੁਹਾਡੀ ਕਮ ਤੋਂ ਕਮ 4 ਤੋਂ 5 ਗ੍ਰਾਮ ਫੀਡ ਜ਼ਾਇਆ ਹੁੰਦੀ ਹੈ। ਸਹੀ ਹੈ। ਠੀਕ ਹੈ ਜੀ। ਤੇ ਅਗਰ ਤੁਹਾਡੀ ਫੀਡ ਆ ਰਹੀ ਹੈ ਇਸ ਤਰ੍ਹਾਂ ਬਰਤਨਾਂ 'ਚ ਆ ਰਹੀ ਹੈ ਤੇ ਤੁਹਾਡੀ ਫੀਡ ਜ਼ਾਇਆ ਕਮ ਹੋਏਗੀ। ਇਹ ਤੁਹਾਨੂੰ ਬੜਾ ਬੈਨੀਫਿਟ ਹੈ। ਸਹੀ ਹੈ। ਉਸ ਤੋਂ ਬਾਅਦ ਜਿਹੜਾ ਕੇਜ ਹੈ ਉਹਦੇ ਵਿੱਚ ਇਹ ਬਰਡ ਵੀ ਜ਼ਿਆਦਾ ਆ ਜਾਂਦੇ ਨੇ, ਇਹ ਵੀ ਹੈ? ਜੇ ਇਹ ਸ਼ੈਡ ਮਤਲਬ ਹੋਣਾ, ਜਿਹੜੀ ਇਹ ਮੈਨੂਅਲ ਪਾਈ ਓਪਨ, ਇਹ 10,000 ਪਾਈ ਅਸੀਂ, ਠੀਕ ਹੈ, ਵੇਚ ਸਕਦੇ ਹੋ ਤੁਸੀਂ। ਤੇ ਉਹਦੇ ਵਿੱਚ ਕੀ ਸਿਸਟਮ ਹੋਏਗਾ? ਉਹਦੇ ਨਾਲ ਸਾਹਿਬ ਤੁਸੀਂ ਕਮ ਤੋਂ ਕਮ 20,000 ਪਾ ਸਕਦੇ ਜੇ। ਅੱਛਾ, ਹਾਂਜੀ, 20,000 ਇੰਨੀ ਜਗ੍ਹਾ ਸੀ? ਹਾਂਜੀ, ਮੁਰਗੀ ਵਿੱਚ ਕਿਉਂਕਿ ਮੁਰਗੀ ਜ਼ਿਆਦਾ ਆਉਂਦੀ ਹੈ ਕੇਜ ਦੇ ਵਿੱਚ ਨਾ ਜੀ। ਸਹੀ ਹੋਏਗਾ। ਉਹਦਾ ਮਤਲਬ ਬੈਨੀਫਿਟ ਹੈ, ਤੁਸੀਂ ਮਤਲਬ ਹੁਣ ਇੱਥੇ ਉਹਦੇ ਤੇ ਇੱਕ ਲਿਮਿਟਿਡ ਜਗ੍ਹਾ ਨਾ, ਜੀ ਜੀ, ਉਹ ਜਗ੍ਹਾ ਦੇ ਵਿੱਚ ਜਿੰਨੀ ਕੁ ਆਣੀ ਓਨੀ ਕੁ ਫਿੱਟ ਹੋਣੀ ਹੈ ਬਸ। ਇੱਥੇ ਹੁਣ ਜਗ੍ਹਾ ਜ਼ਿਆਦਾ ਹੈ, ਫਿੱਟ ਹੋ ਸਕਦੀ। ਉਹਦੇ ਚ ਮੁਰਗੀ ਮੇਰੇ ਖਿਆਲ ਨਾਲ ਫਿੱਟ ਹੋ ਨਹੀਂ ਸਕਦੀ ਹੈ, ਇੱਕ ਜਗ੍ਹਾ ਸਟਕ ਹੋ ਜਾਂਦੀ ਹੈ। ਉਹਦੇ ਚ ਮੁਰਗੀਆਂ ਹੁੰਦੀਆਂ ਨੇ 50 ਹੋਣ 100 ਹੋਣ, ਉਸ ਤਰ੍ਹਾਂ ਨਾ ਉਹ ਬਣਿਆ ਹੁੰਦਾ ਨਾ ਦਾ। ਉਹਦੇ ਚ ਮੇਰੇ ਖਿਆਲ ਨਾਲ ਜੀ ਆ ਵੀ ਹੁੰਦਾ ਨਾ, ਪੋਰਸ਼ਨ ਬਣੇ ਨੇ, ਪੋਰਸ਼ਨ ਬਣੇ ਹੁੰਦੇ ਨੇ, ਉਹਦੇ ਨਾਲ ਜ਼ਿਆਦਾ ਮੁਰਗੀ ਹੋ ਜਾਂਦੀ ਹੈ। ਸਹੀ, ਕਿਉਂਕਿ ਇਹਦੇ ਉੱਤੇ ਤੇ ਹੁਣ ਅਸੀਂ ਮੁਰਗੀ ਰੱਖ ਨਹੀਂ ਸਕਦੇ ਆ, ਥੱਲੇ ਵੇ। ਬਿਲਕੁਲ, ਇਹ ਫਲੋਰ ਤੇ ਥੱਲੇ ਹੀ ਰਹਿਣੀ ਮੁਰਗੀ, ਇਹ ਥੱਲੇ ਹੀ ਰਹਿਣੀ। ਉਹਦਾ ਇਹ ਵੀ ਕੇਜ ਉੱਤੇ ਫਿਰ ਉੱਤੇ ਲੱਗ ਜਾਂਦੀ ਹੈ। ਜੀ ਬਿਲਕੁਲ ਸਹੀ ਹੋ ਗਿਆ।
ਅੱਛਾ ਉਸ ਤੋਂ ਬਾਅਦ ਉਸਤਾਦ ਜੀ ਬੜਾ ਜਿਹਾ ਪੁੱਛਿਆ ਜਾਂਦਾ ਸਵਾਲ ਕਿ ਇਹ ਅੰਡਾ ਕਿੰਨਾ ਦਿੰਦੀ ਹੈ, ਕਿੰਨੀ ਦੇਰ ਤੱਕ ਅੰਡਾ ਦਿੰਦੀ ਹੈ, ਮਤਲਬ ਇਹਦਾ ਅੰਡਾ ਇਹ ਜਿਹੜਾ ਤੁਹਾਡਾ ਸਵਾਲ ਸਹੀ ਹੈ ਰਾਣਾ ਸਾਹਿਬ। ਅਗਰ ਇਹਦੀ ਸਹੀ ਕੇਅਰ ਕੀਤੀ ਜਾਏ ਨਾ, ਬਿਲਕੁਲ ਤੁਸੀਂ ਇਹਦੇ ਕੋਲ 3 ਸਾਲ ਤੱਕ ਅੰਡਾ ਲੈ ਸਕਦੇ ਜੇ। ਮੋਲਡਿੰਗ ਤੇ ਲਾ ਕੇ ਹਾਂਜੀ, ਅਗਰ ਇਹਦੀ ਕੇਅਰ, ਅਗਰ ਮੁਰਗੀ ਤੁਹਾਡੇ ਕੋਲ ਸੰਭਾਲੀ ਨਹੀਂ ਗਈ, ਹਾਂਜੀ ਮੁਰਗੀ ਦੀ ਕੇਅਰ ਨਹੀਂ ਹੋਈ, ਮੈਂ ਫਿਰ ਮੁਰਗੀ ਸਾਲ ਡੇਢ ਚ ਖਤਮ ਹੋ ਜਾਏਗੀ। ਮੈਂ ਤਾਂ ਅੱਜ ਇਹਨਾਂ ਨੂੰ ਬਾਰ-ਬਾਰ ਇਹੀ ਕਹਿਣਾ ਵਾ ਕਿ ਤੁਸੀਂ ਜਿਹੜਾ ਤੁਹਾਡਾ ਬੱਚਾ ਹੈ ਨਾ ਉਹਦੇ ਤੇ ਫੋਕਸ ਕਰਨਾ। ਤੁਸੀਂ ਬੱਚੇ ਨੂੰ ਸਹੀ ਜਦੋਂ ਲੈ ਕੇ ਚੱਲੋਗੇ ਨਾ, ਜੀ ਜੀ ਅੱਗੇ ਤੁਹਾਨੂੰ ਮਸਲਾ ਨਹੀਂ ਆਏਗਾ। ਹਾਂਜੀ ਰਾਣਾ ਸਾਹਿਬ। ਮੈਂ ਹੀ ਦੱਸਣਾ ਕਿ ਆ ਜਿਹੜਾ ਅਸੀਂ ਮਾਸ਼ਾਅੱਲਾ ਸੰਭਾਲੀ ਹੈ ਮੁਰਗੀ ਤੇ ਇਹ ਵੇ ਕਿ ਇਹਨੂੰ ਅਸੀਂ ਲੈ ਕੇ ਜਾ ਸਕਦੇ, ਮੋਲਡਿੰਗ ਤੇ ਲਾ ਸਕਦੇ ਆ, ਕਿਉਂਕਿ ਮੁਰਗੀ ਸਾਡੀ ਬਿਹਤਰੀਨ ਐਕਟਿਵ ਕੋਈ ਹੈ। ਨਹੀਂ, ਅਗਰ ਇਹ ਮੋਲਡਿੰਗ ਤੇ ਨਾ ਵੀ ਲਾਓ, ਗਰਮੀਆਂ ਜਦੋਂ ਆਣੀਆਂ ਨੇ ਜੂਨ ਜੁਲਾਈ ਦੇ ਵਿੱਚ, ਤੁਸੀਂ ਇਹਨੂੰ 2-3 ਮਹੀਨੇ ਕਰ ਲਓ, ਬਾਕੀ ਅੱਲਾ ਖੈਰ ਕਰੇਗਾ, ਫਿਰ ਮੁਰਗੀ ਠੀਕ ਆਪਣੀ ਐਵਰੇਜ ਦੇਗੀ। ਸਹੀ। ਤੇ ਇਹ ਅੰਡਾ ਕਿੰਨਾ ਦਿੰਦੀ ਹੈ ਇੱਕ ਮੁਰਗੀ ਟੋਟਲ? ਤਕਰੀਬਨ 360 ਅੰਡਾ ਹੁੰਦਾ ਮੁਰਗੀ ਦਾ। ਜਿਹੜੀਆਂ ਇੱਕ ਮੁਰਗੀ ਦਿੰਦੀ ਹੈ ਹਾਂਜੀ, ਯਾਨੀ ਕਿ ਇਹਨੇ ਸਾਲ ਦੇ ਵਿੱਚ 360 ਅੰਡਾ ਦੇਣੇ ਹੀ ਦੇਣਾ ਹੈ। 1.5 ਸਾਲ ਸਵਾ ਸਾਲ ਦੇ ਵਿੱਚ ਵਿੱਚੋਂ ਨਾਗਾ ਵੀ ਮੇਰੇ ਖਿਆਲ ਨਾਲ ਕਰ ਜਾਂਦੀ ਇੱਕ ਅਗਰ ਅੱਧਾ ਦੇਖੋ ਨਾ, ਫਿਰ ਜਦੋਂ ਕਰੋਗੇ ਦੁਬਾਰਾ ਫਿਰ ਮੁਰਗੀ ਤਿਆਰ ਹੋ ਜਾਏਗੀ। ਮੋਲਡਿੰਗ ਤੇ ਜਦੋਂ ਹਾਂਜੀ, ਲਾਓਗੇ। ਦੁਬਾਰਾ ਫਿਰ ਮੁਰਗੀ ਤਿਆਰ ਆਪਣੇ ਅੰਦਰ ਬਣਾਏਗੀ ਸਿਸਟਮ, ਫਿਰ ਤਿਆਰ ਹੋ ਜਾਏਗੀ, ਫਿਰ ਅੰਡਾ ਦੇਗੀ। ਹੂੰ ਹਾਂਜੀ। ਚਲੋ, ਤੇ ਹੋਰ ਤੁਹਾਡੀ ਨਜ਼ਰ 'ਚ ਕੋਈ ਹੈਚਰੀ ਹੈ ਵੀ ਕਰਾਚੀ ਦੇ ਵਿੱਚ ਜਿੱਥੋਂ ਮਤਲਬ ਕਿ ਬੰਦਾ ਲੈ ਸਕਣ ਮੁਰਗੀ? ਉਹ ਮੈਂ ਹੀ ਕਹਿੰਦਾ ਵਾ ਕਿ ਕੋਈ ਟਰਸਟਿਡ ਬੰਦਾ ਨਹੀਂ ਸਾਡੇ ਕੋਲ, ਜਿੱਦਾਂ ਅਸੀਂ ਤੁਹਾਨੂੰ ਦੱਸੀਏ, ਕੱਲ ਨੂੰ ਤੁਹਾਡੇ ਨਾਲ ਕੋਈ ਫਰਾਡ ਹੋਈਏ ਤੇ ਫਿਰ ਉਹ ਤੁਸੀਂ ਸਾਨੂੰ ਆ ਕੇ ਨਾ ਭਾਈ ਤੁਹਾਡੇ ਨਾਲ ਤੁਹਾਡੀ ਵਜ੍ਹਾ ਤੁਸੀਂ ਇੰਜ ਕੀਤਾ। ਸਭ ਕਰਾਚੀ ਵਾਲੀ ਸਾਈਡ ਤੇ ਆਪਾਂ ਨਾਲ ਨਹੀਂ ਕੋਈ ਐਡਾ ਹੈਗਾ ਵਾਕਫੀਅਤ, ਬਿਲਕੁਲ ਆਪਾਂ ਸਿਰਫ ਇਸ ਸਾਈਡ ਦੀ ਕੰਮ ਕੀਤਾ ਹੈ, ਇਸੇ ਸਾਈਡ ਦੀ ਵਾਕਫੀਅਤ ਵੀ ਹੈਗੀ ਹੈ, ਇਸੇ ਸਾਈਡ ਤੇ ਸਾਰਾ ਕੰਮ ਹੈ ਆਪਣਾ, ਬਿਲਕੁਲ। ਗੁਜਰਾਤ ਵਾਲੀ ਸਾਈਡ ਤੇ ਨਾ ਜੀ। ਤੇ ਇੱਧਰ ਜੇ ਇਹਨਾਂ ਨੂੰ ਹੈਚਰੀ ਕੋਈ ਲੱਭਣੀ ਪਵੇ ਕਿਵੇਂ ਲੱਭ ਸਕਦੇ ਨੇ, ਜਾਂ ਇਹਨਾਂ ਨੂੰ ਕੋਈ ਮਸ਼ਵਰਾ ਦਵੋ ਜੇ ਆ ਕੋਈ ਚੂਜ਼ਾ ਮੰਗਵਾਉਣਾ ਚਾਹੁੰਦਾ ਜਿਹੜਾ 100-200 ਹੈ ਉਹ ਕਿਵੇਂ ਮੰਗਵਾ ਸਕਦਾ ਹੈ, ਕਿ ਫਾਰਮਰ ਨਾਲ ਰਲ ਕੇ ਉਹ ਕੀ ਸੀਨ ਚੱਕਰ ਹੈ ਉਹ ਵੀ ਜ਼ਰਾ ਰਾਣਾ ਸਾਹਿਬ ਕੋਈ ਮੁਸ਼ਕਲ ਕੋਈ ਨਹੀਂ ਹੁੰਦਾ, ਇਹ ਨਾ ਹੈਚਰੀ ਵਾਲਿਆਂ ਨੇ ਪਹੁੰਚਾਉਣਾ ਹੀ ਹੁੰਦਾ। ਠੀਕ ਹੈ। ਇਹ ਤੁਸੀਂ ਹੈਚਰੀ ਜਿੱਥੋਂ ਮਰਜ਼ੀ ਪਹੁੰਚਾ ਲਓ, ਕੋਈ ਜ਼ਰੂਰੀ ਨਹੀਂ ਉਹਨਾਂ ਨੂੰ ਡਿਲੀਵਰ ਕਰਨਾ ਹੁੰਦਾ, ਉਹ ਕਰ ਦੇਣਗੇ ਡਿਲੀਵਰ। ਕਰ ਦੇ 100 ਹੀ ਭਾਵੇਂ, 100 ਕਮ ਸੇ ਕਮ ਕਿੰਨਾ ਹੁੰਦਾ ਲੇਅਰ ਚੂਜ਼ਾ ਡਿਲੀਵਰ? ਹਾਂਜੀ, ਕਮ ਸੇ ਕਮ ਕਿੰਨਾ ਲੇਅਰ ਚੂਜ਼ਾ ਡਿਲੀਵਰ ਹੋ ਸਕਦਾ ਹੈ? ਇਹ ਕੋਈ ਨਹੀਂ, 200 ਵੀ ਹੋ ਸਕਦਾ ਹੈ, 100 ਵੀ ਹੋ ਸਕਦਾ ਹੈ, ਇਸ ਤੋਂ ਥੱਲੇ ਨਹੀਂ। ਹਾਂ ਕੋਈ ਨਹੀਂ, ਜਿੰਨਾ ਕਿਸੇ ਕੋਈ ਮੰਗਾ ਸਕਦਾ ਹੈ। 50 ਮੰਗਾਣਾ ਚਾਹੁੰਦਾ 50 ਵੀ ਹੋ ਜਾਂਦਾ। ਹਾਂਜੀ, ਇਹ ਲੋ ਜੀ ਆ ਵੀ ਤੁਹਾਡੇ ਵਾਸਤੇ ਇਹ ਜਿੰਨਾ ਤੁਹਾਨੂੰ ਚਾਹੀਦਾ ਉਨਾ ਹੀ ਮਿਲੇਗਾ। ਮਿਲੇਗਾ। ਹਾਂਜੀ, ਇਹਦੀ ਬੁਕਿੰਗ ਜਿਹੜੀ ਹੈ ਉਹ ਐਡਵਾਂਸ ਹੈ? ਬੁਕਿੰਗ ਰਾਣਾ ਸਾਹਿਬ ਸੀਜ਼ਨ ਦੇ ਹਿਸਾਬ ਨਾਲ ਹੁੰਦੀ ਹੈ। ਐਸ ਦਾ ਸੀਜ਼ਨ ਜਿਹੜਾ ਹੈ ਨਾ, ਕੋਈ ਐਡਾ ਨਹੀਂ ਹੈ, ਐਸ ਦਾ ਰੇਟ ਵੀ ਘੱਟ ਹੈ, ਬਿਲਕੁਲ। ਤੇ ਉਹ ਕੋਈ ਪਹਿਲੇ ਟੋਕਨ ਲਵਾਉਣਾ ਪੈਂਦਾ ਹੈ, ਬਾਕੀ ਫਿਰ ਜਦੋਂ ਤੁਹਾਡੇ ਕੋਲੇ ਪਹੁੰਚ ਜਾਂਦਾ ਬਾਕੀ ਪੈਸੇ। ਮੈਂ ਇਸ ਤੋਂ ਪਹਿਲਾਂ ਜਿਹੜਾ ਬਲੌਗ ਬਣਾਇਆ ਮੈਂ ਉਹਦੇ 'ਚ ਦੱਸਿਆ ਕਿ ਚੂਜ਼ਾ ਜਿਹੜਾ 150 ਦਾ ਹੋ ਗਿਆ, ਤੇ ਅੱਜ ਦੀ ਕੀ ਸੂਰਤ ਹਾਲ ਹੈ? ਰਾਣਾ ਸਾਹਿਬ ਫਿਲਹਾਲ ਤੇ ਉਹੀ ਰੁਟੀਨ ਚੱਲਦੀ ਵੀ ਹਲੇ। ਅੱਛਾ, ਮਜ਼ੀਦ ਚਾਂਸ ਕੀ ਨੇ? ਚਾਂਸ ਹੈ ਨੇ ਚੂਜ਼ਾ ਥੱਲੇ ਆਏਗਾ। ਥੱਲੇ ਆਏਗਾ। ਸਹੀ ਹੈ। ਤੇ ਇਹਦੀ ਹੁਣ ਦੱਸ ਦਿਓ, ਥੋੜੀ ਜੀ ਬਚਤ ਬਾਰੇ ਵੀ ਦੱਸ ਦਿਓ। ਰਾਣਾ ਸਾਹਿਬ ਦੇਖੋ, ਹੁਣ ਅਗਰ ਫੀਡ ਨੂੰ ਵੇਖਿਆ ਜਾਏ ਨਾ, ਜਿਹੜੀ ਫੀਡ ਅਸੀਂ ਕਮਰਸ਼ੀਅਲ ਬਣਾ ਰਹੇ ਆ, ਪਾ ਰਹੇ ਆ, ਉਹ ਤਕਰੀਬਨ ਸਾਨੂੰ 6000 ਦਾ ਬੈਗ ਪੈਂਦਾ ਹੈ। ਅਗਰ ਸਾਡੀ 6000 ਦੀ ਪੇਟੀ ਅੰਡੇ ਦੀ ਵਿਕਦੀ, ਸਮਝੋ ਸਾਨੂੰ ਨੁਕਸਾਨ ਹੋ ਰਿਹਾ। ਬਿਲਕੁਲ। ਅਗਰ ਇਸ ਤੋਂ ਉੱਪਰ ਰੇਟ ਜਾਂਦਾ ਹੈ ਤੇ ਫਿਰ ਫਾਇਦਾ। ਮਤਲਬ ਜਿੰਨੇ ਦੀ ਫੀਡ ਹੈ ਉਹਨੇ ਦੀ ਪੇਟੀ ਹੈ ਤੇ ਲਾਸ ਹੈ, ਉਸ ਤੋਂ ਉੱਤੇ ਵੇ ਤੇ ਪ੍ਰੋਫਿਟ ਹੈ। ਜੀ ਜੀ। ਲੇਕਿਨ ਪਿਛਲੇ ਸਾਲ ਫੀਡ ਸਸਤੀ ਸੀ, ਮੇਰੇ ਖਿਆਲ ਨਾਲ 5000 ਦੀ ਸੀ, ਤਕਰੀਬਨ 5000 ਦੀ ਸੀ, ਤੇ ਪੇਟੀ ਸੀ 10 ਪੇਟੀ ਤੇ 12000 ਦੀ ਸੀ। ਇਹਦਾ ਮਤਲਬ ਹੈ ਕਿ ਜਿਨ੍ਹਾਂ ਨੇ ਪਿਛਲੇ ਸਾਲ ਕੋਈ 1.5 ਕਰੋੜ ਸਮਝ ਲਓ ਲਾਇਆ ਇਹ ਕੰਮ ਤੇ, ਉਹਨਾਂ ਨੇ ਨਾਲ ਕੋਈ 1.25 ਕਰੋੜ ਜਾਂ ਕਰੋੜ ਹੀ ਕਹ ਲਓ ਨਾਲ ਉਹਨਾਂ ਕੱਢਿਆ। ਹਾਂਜੀ, ਇੱਕ ਫਲਾਗ ਦੇ ਵਿੱਚ ਪਿਛਲੇ ਸਾਲ ਦਾ ਜੀ ਬੜਾ ਪ੍ਰੋਫਿਟ ਸੀ। ਜਿੰਨਾ ਅੰਡਾ ਸਟਾਕ ਕੀਤਾ ਉਹਨਾਂ ਵਾਸਤੇ ਬੜਾ ਪ੍ਰੋਫਿਟ ਸੀ। ਉਸੇ ਹਿਸਾਬ ਤੇ ਅੰਡਾ ਇਸ ਦਫਾ ਵੀ ਸਟਾਕ ਹੋਇਆ ਸੀ, ਲੇਕਿਨ ਉਹਨਾਂ ਨੂੰ ਬੜੀ ਮਾਰ ਪਈ। ਮਾਰ ਪਈ ਹੈ ਸਾਰੀ ਗੱਲ। ਇੱਕ ਵਾਰ ਜਿਹੜੀ ਚੜ ਜੇ ਉਹਦਾ ਰੇਟ ਵਾਪਸ ਆਣਾ ਬੰਦ ਹੈ। ਹੁਣ ਜਿਹੜੇ ਨਵੇਂ ਨੇ ਕੋਈ ਫਾਰਮਰ ਜਿਨ੍ਹਾਂ ਦਾ ਚੂਜ਼ਾ ਵੀ ਨਹੀਂ, ਉਸਤਾਦ ਜੀ ਅੱਛਾ ਇਹ ਦੱਸੋ, ਹੁਣ ਜਿਨ੍ਹਾਂ ਚੂਜ਼ਾ ਪਾਇਆ ਸੀ ਆ ਦਸੰਬਰ 'ਚ ਜਨਵਰੀ 'ਚ, ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਚੂਜ਼ਾ ਨਹੀਂ ਪਾਉਣਾ ਚਾਹੀਦਾ, ਉਹਨਾਂ ਨੇ ਜ਼ਿਆਦਤੀ ਕੀਤੀ ਆਪਣੇ ਨਾਲ ਵੀ ਤੇ ਮਾਲ ਦੇ ਨਾਲ ਵੀ। ਬਿਲਕੁਲ। ਦੇਖੋ ਅੱਗੇ ਮਾਰਚ ਦੇ ਐਂਡ 'ਚ ਆ ਗਏ ਜਿਹੜੇ ਨਾ ਹੈਚਰੀਆਂ ਬੰਦ ਹੋ ਜਾਂਦੀਆਂ ਸਨ, ਇਸ ਦਫਾ ਤੇ ਬੜੀ ਦੇਰ ਤੱਕ ਹੈਚਰੀ ਚੱਲਦੀ ਰਹੀ ਹੈ। ਸਹੀ ਹੈ। ਤੇ ਇਹਦਾ ਨੁਕਸਾਨ ਇਹਨਾਂ ਨੂੰ ਮੈਂ ਤੇ ਕਿਹਾ, ਇੱਕ ਤੇ ਤੁਹਾਡਾ ਜਿਹੜੀ ਲੱਕੜੀ ਉਹ ਜ਼ਿਆਦਾ ਨੁਕਸਾਨ ਹੋਇਆ ਉਹ ਜਿਹੜਾ ਨਵਾਂ ਫਾਰਮਰ ਉਹਨੂੰ ਹੋਇਆ ਨੁਕਸਾਨ ਇਹਦਾ। ਠੀਕ ਹੋ ਗਿਆ। ਉਹ ਵਿਚਾਰਾ ਨਵਾਂ ਹੈ ਸੀ, ਉਹਨੂੰ ਪਤਾ ਹੀ ਨਹੀਂ ਸੀ, ਉਹਨੇ ਪਾ ਲਈ, ਹੁਣ ਉਹਨੇ ਵੀ ਮੁਰਗੀ ਸੇਲ ਕਰ ਦਿੱਤੀ ਹੈ। ਕਰ ਦਿੱਤੀਆਂ ਨੇ ਕਈ ਐਸੇ ਫਾਰਮਰ ਨੇ ਜਿਨ੍ਹਾਂ ਮੁਰਗੀਆਂ ਸੇਲ ਕਰ ਦਿੱਤੀਆਂ। ਲੋ ਜੀ ਚੈੱਕ ਕਰ ਲਓ, ਮੈਂ ਤਾਂ ਹੀ ਤੁਹਾਨੂੰ ਬਾਰ-ਬਾਰ ਕਹਿਣਾ ਵਾ ਸਬਸਕ੍ਰਾਈਬ ਰਹੋ ਕਿ ਧਿਆਨ ਕਰੋ। ਅੱਛਾ, ਕਿਹੜਾ ਬੈਸਟ ਜਿਹੜਾ ਮੰਥ ਹੈ, ਕਿਹੜਾ ਅੱਛਾ ਜਿਹੜਾ ਮਹੀਨਾ ਉਹਦੇ 'ਚ ਪਾਣੀ ਚਾਹੀਦੀ ਹੈ ਮੁਰਗੀ? ਅਸਲ ਤੁਹਾਨੂੰ ਮਾਰਚ 'ਚ ਹੀ ਪਾਣੀ ਚਾਹੀਦੀ ਹੈ। ਮਾਰਚ 'ਚ ਪਾਣੀ ਚਾਹੀਦੀ ਹੈ। ਹਾਂਜੀ।
ਤੇ ਹੁਣ ਜਿਨ੍ਹਾਂ ਸਰਦੀਆਂ 'ਚ ਪਈਆਂ ਹਨ ਉਹਨਾਂ ਨੂੰ ਕਿਹੜੀ ਸ਼ਾਇਦ ਦਾ ਸਾਹਮਣਾ ਕਰਨਾ ਪਿਆ? ਇੱਕ ਤੇ ਹੋ ਗਈ ਠੰਡ, ਸਰਦੀ ਸਾਫ਼ ਜ਼ਾਹਿਰ ਓਪਨਾਂ 'ਚ ਪੈਂਦੀ ਹੈਗੀ ਹੈ, ਫਿਰ ਇੱਥੇ ਬੜੇ ਸਾਰੇ ਹੁੰਦੇ ਨੇ ਮਾਮਲਾਤ, ਤੇ ਲੱਕੜੀ ਵੀ ਖੈਰ ਲੱਗਦੀ ਇੱਥੇ। ਉਸ ਤੋਂ ਬਾਅਦ ਛੱਤਾਂ ਹੀ ਨਹੀਂ ਸੁੱਕਦੀਆਂ, ਉਤੋਂ ਨਮੀ ਥੱਲੇ ਆਂਦੀ ਰਹਿੰਦੀ ਹੈ, ਬੱਚਾ ਪਲਣਾ ਬੜਾ ਮੁਸ਼ਕਲ ਹੋ ਜਾਂਦਾ ਉੱਥੇ ਨਾ। ਸਹੀ ਹੋ ਗਿਆ। ਤੇ ਫਿਰ ਧੁੱਪਾਂ ਕੋਈ ਨਿਕਲਦੀਆਂ, ਲੇਕਿਨ ਇਸ ਵਾਰ ਤਾਂ ਮੌਸਮ ਬੜਾ ਠੀਕ ਰਿਹਾ ਹੈ। ਸਰਦੀ ਨਹੀਂ ਇੰਨੀ ਪਈ, ਪਿਛਲੇ ਸਾਲ ਤੇ ਬੜਾ ਸੀ, ਯਾਨੀ ਕਿ ਇਸ ਵਾਰ ਦਾ ਮੌਸਮ ਬੜਾ ਠੀਕ ਰਿਹਾ ਜੀ। ਉਹ ਮੈਂ ਸਾਜੀ ਤੁਹਾਨੂੰ ਇੱਕ ਵੀਡੀਓ ਵੀ ਭੇਜੀ ਸੀ, ਤੁਸੀਂ ਵੇਖੀ ਹੋਏਗੀ, ਚੂਜ਼ਾ ਇੰਜ ਝੁੰਮ ਮਾਰ ਕੇ ਬੈਠਾ, ਉਹ ਕੀ ਮਸਲਾ ਉਹਨੂੰ ਬਣਿਆ? ਜਦੋਂ ਚੂਜ਼ੇ ਨੂੰ ਨਾ ਬੁਖਾਰ ਹੁੰਦਾ ਨਾ, ਬਿਲਕੁਲ, ਜਾਂ ਸੁਣ ਲਓ ਬਈ ਨਿਸ਼ਾਨੀ ਜਿਹੜੀ ਮਤਲਬ ਬੁਖਾਰ ਦੀ, ਜਿਸ ਤਰ੍ਹਾਂ ਚੂਜ਼ੇ ਨੂੰ ਜਾਂ ਚੂਜ਼ੇ ਨੂੰ ਕੋਈ ਸਾਂਸ ਦਾ ਮਸਲਾ ਹੁੰਦਾ ਹੈ, ਫਿਰ ਉਹ ਇਸ ਤਰ੍ਹਾਂ ਚੂਜ਼ਾ ਨਾ ਘੁੰਮ ਕੇ ਬੈਠਦਾ ਹੈ। ਸਹੀ ਹੈ, ਇੱਕ ਜਗ੍ਹਾ ਤੇ ਬੈਠ ਜਾਏਗਾ ਇੰਜ ਇਕੱਠਾ ਜਿਹਾ ਹੋ ਜਾਂਦਾ ਚੂਜ਼ਾ। ਤੇ ਉਹਦੇ ਵਾਸਤੇ ਮੈਡੀਸਨ ਉਸਤਾਦ ਜੀ ਤੁਸੀਂ ਕਿਹੜੀ ਕਹਿਣਾ ਚਾਹੋਗੇ? ਤੇ ਦੇਖੋ ਜੀ, ਅਗਰ ਤੇ ਛੋਟਾ ਮੋਟਾ ਫਾਰਮਰ ਹੈ ਫਿਰ ਤੇ ਉਹ ਪੈਰਾਸੀਟਾਮੋਲ ਵਗੈਰਾ ਪਾ ਲਵੇ, ਬਿਲਕੁਲ, ਜਾਂ ਬਰੂਫਨ ਵਗੈਰਾ ਪਾ ਕੇ ਆਪਣਾ ਗੁਜ਼ਾਰਾ ਕਰ ਲਵੇ। ਅਗਰ ਵੱਡੇ ਪੈਮਾਨੇ ਤੇ ਪਾਈ ਹੋਈ ਹੈ ਫਿਰ ਇਹਦੇ ਵਾਸਤੇ ਟ੍ਰੀਟਮੈਂਟ ਹੁੰਦੀ ਹੈ, ਸਾਲਮੋਨੀਲਾ ਹੋਵੇ ਇਹਦੇ ਵਾਸਤੇ, ਦੂਸਰਾ ਅਮਾਕਸੀ ਨਿਊਮਾਈਸਿਨ, ਤੇ ਦੂਸਰਾ ਨਾਲ ਇਹਦੇ ਦੂਸਰਾ ਪੈ ਜਾਂਦਾ ਹੈ ਫਲੋਰੋਫੈਨਿਕਲ ਵੀ ਪੈ ਜਾਂਦਾ ਹੈ ਜੀ। ਸਹੀ ਹੋ, ਉਹ ਫਿਰ ਵੱਡੇ ਪੈਮਾਨੇ ਤੇ ਜਾਂਦਾ ਹੈ, ਕਿਉਂਕਿ ਛੋਟੇ ਫਾਰਮਰ ਇੰਨਾ ਮਹਿੰਗੀਆਂ ਦਵਾਈਆਂ ਅਫੋਰਡ ਨਹੀਂ ਕਰ ਸਕਦੇ, ਫਿਰ ਉਹਨਾਂ ਨੇ ਇਸ ਤਰ੍ਹਾਂ ਉਹਨਾਂ ਨੂੰ ਕੋਈ ਦੇਸੀ ਜਿਨ੍ਹਾਂ ਦੀ ਉਸਤਾਦ ਜੀ ਕੋਈ 100-150। ਅੱਛਾ, ਇਹਨੂੰ ਲੇਅਰ ਦੇ ਵਿੱਚ ਕਿਹੜਾ ਮਸਲਾ ਜ਼ਿਆਦਾ ਆਉਂਦਾ ਹੈ, ਮਤਲਬ ਜਿਹੜਾ ਤੁਸੀਂ ਲੇਅਰ ਦੇ ਵਿੱਚ 3-4 ਸਾਲ ਦੇ ਵਿੱਚ ਵੇਖਿਆ ਆਉਂਦੀ ਹੈਗੀ ਏ? ਤਕਰੀਬਨ ਕਿਸੇ ਨੂੰ ਦੂਸਰੇ ਤੀਸਰੇ ਹਫਤੇ ਤੇ ਜਾਂਦੀ ਹੈ, ਕਿਸੇ ਨੂੰ ਜਾ ਕੇ 8ਵੇਂ-9ਵੇਂ ਹਫਤੇ ਤੇ ਜਾਂਦੀ, ਜਿਹਦੇ ਚ ਗੰਬੋਰੋ ਦਾ ਜ਼ਿਆਦਾ ਜਿਹੜਾ ਨਾ ਮੋਰਟੈਲਿਟੀ ਮਵਾਦ ਗੰਬੋਰੋ ਦੀ ਜ਼ਿਆਦਾ ਹੈ। ਗੰਬੋਰੋ ਦੀ ਉਹ ਕਿਹੜੇ ਹਫਤੇ ਆਉਂਦੀ ਹੈ? ਇਹ ਸ਼ੁਰੂ ਚ ਵੀ ਆ ਸਕਦੀ ਹੈ, ਇਹਨੂੰ ਦੂਸਰੇ ਤੀਸਰੇ ਹਫਤੇ। ਅੱਛਾ, ਤੇ ਤਕਰੀਬਨ ਜਾ ਕੇ 11ਵੇਂ ਹਫਤੇ ਵੀ ਆ ਸਕਦੀ ਹੈ। ਅੱਛਾ, ਉਸ ਤੋਂ ਬਾਅਦ ਗੰਬੋਰੋ ਦਾ ਅਟੈਕ ਜ਼ਿਆਦਾ ਹੁੰਦਾ ਜੇ। ਸਹੀ, ਉਹਦੇ ਵਾਸਤੇ ਕੋਈ ਮੈਡੀਸਨ ਸਾ ਜੀ ਤੁਸੀਂ ਦੱਸਣਾ ਚਾਹੋ? ਗੰਬੋਰੋ ਵਾਸਤੇ ਹੀ ਹੁੰਦਾ ਜੀ, ਫਲੈਸ਼ਿੰਗ ਦੇਤੀ ਨਾਲ ਪੈਰਾਸੀਟਾਮੋਲ ਦੇਤਾ, ਤੇ ਦੁੱਧ ਵਿੱਚ ਮਿਕਸ ਕਰਕੇ ਇਹਨੂੰ ਕੋਈ ਫਲੈਸ਼ਿੰਗ ਬਣੀ ਦੇਤੀ, ਚੀਨੀ ਦੇਤੀ। ਸਹੀ ਹੋ ਗਿਆ, ਇਹ ਚੀਜ਼ਾਂ ਹੁੰਦੀਆਂ ਨੇ ਗੰਬੋਰੋ ਵਾਸਤੇ। ਬਾਕੀ ਗੰਬੋਰੋ ਦੀ ਵੈਕਸੀਨ ਹੁੰਦੀ ਫਿਰ। ਹਾਂਜੀ, ਹੋਰ ਇਸ ਤੋਂ ਇਲਾਵਾ ਕੋਈ ਮਤਲਬ ਤੁਸੀਂ ਦੱਸਣਾ ਚਾਹੋ? ਕਾਕਸੀ ਆਂਦੀ ਹੈਗੀ ਹੈ। ਸਹੀ ਹੋ ਗਿਆ, ਕਾਕਸੀ ਆਂਦੀ, ਸੀਕਲ ਕਾਕਸੀ ਆਂਦੀ ਹੈ, ਬਾਕੀ ਅੰਤੜੀਆਂ ਦੀ ਕਾਕਸੀ ਹੁੰਦੀ ਹੈ, ਤੇ ਉਹ ਵੀ ਉਹਦੇ ਵਾਸਤੇ ਦਵਾਈ ਹੁੰਦੀ ਹੈ। ਅਗਰ ਸੀਕਲ ਕਾਕਸੀ ਤੇ ਫਿਰ ਟੈਟਰਾਜ਼ੋਲ ਵਗੈਰਾ ਪਾਈਦਾ ਇਹਨੂੰ, ਅਗਰ ਦੂਸਰੀ ਅੰਤੜੀਆਂ 'ਚ ਫਿਰ ਇੰਪਰੋਲੀਅਮ ਵਗੈਰਾ ਪਾਈਦੀ। ਸਹੀ ਹੋ ਗਿਆ। ਤੇ ਉਸ ਤੋਂ ਇਲਾਵਾ ਇਹਨੂੰ ਕੋਈ ਹੋਰ ਮਸਲਾ ਬੁਖਾਰ ਵਗੈਰਾ ਛੋਟੇ ਮੋਟੇ ਤੇ ਆਉਂਦੇ ਰਹਿੰਦੇ ਨੇ? ਛੋਟੇ ਮੋਟਾ ਮਸਲਾ ਹੁੰਦਾ ਰਹਿੰਦਾ, ਕਦੇ ਠੰਡ ਲਵਾਤੀ ਮੁੰਡਿਆਂ ਨੇ, ਫਿਰ ਉਸ ਵਜ੍ਹਾ ਤੋਂ ਵੀ ਮਾਮਲੇ ਬਣ ਜਾਂਦੇ ਨੇ, ਕਿਉਂਕਿ ਇਹਨੂੰ ਸਰਦੀ ਵੀ ਤਾਂ ਬੜੀ ਲੱਗਦੀ ਹੈ ਨਾ। ਅੱਛਾ ਸਰ, ਜਿਹੜਾ ਛੋਟਾ ਚੂਜ਼ਾ ਉਹਨੂੰ ਟੈਂਪਰੇਚਰ ਕੀ ਦੇਣਾ, ਪਹਿਲੇ ਹਫਤੇ ਦਾ, ਦੂਸਰੇ ਹਫਤੇ ਦਾ, ਇਹ ਵੀ ਜਰਾ ਦੱਸਿਆ ਜੀ। ਟੈਂਪਰੇਚਰ ਹੁੰਦਾ ਹੈ ਦੂਸਰਾ, ਅਸੀਂ ਤਕਰੀਬਨ ਦਿੰਦੇ ਆ ਇਹਨੂੰ 33-34 ਟੈਂਪਰੇਚਰ ਪਹਿਲੇ ਦਿਨ ਦੇ ਬੱਚੇ ਚੂਜ਼ੇ ਨੂੰ। ਸਹੀ ਹੋ ਗਿਆ। ਬਾਕੀ ਫਿਰ ਅੱਗੇ ਕਿ ਟੈਂਪਰੇਚਰ ਲੋ ਕਰਦਾ ਚਾਹੀਦਾ, ਯਾਨੀ ਕਿ ਡੇਲੀ ਦੇ 1-2-3 ਪੁਆਇੰਟ, ਯਾਨੀ ਕਿ ਹਫਤੇ 'ਚ ਡਿਗਰੀ ਬਣਦਾ ਹੈ। 1 ਡਿਗਰੀ ਥੱਲੇ ਲਿਆਣਾ, ਡਿਗਰੀ ਹਫਤੇ 'ਚ ਲੈ ਆਣਾ ਥੱਲੇ ਉਹਨੂੰ ਬਸ। ਸਹੀ ਹੈ, ਬਿਹਤਰੀਨ। ਮਤਲਬ ਉਹ ਇੱਕ ਬੰਦੇ ਦਾ ਮੈਨੂੰ ਕਾਲ ਉਹ ਕਹਿ ਰਿਹਾ ਯਾਰ ਮੇਰੇ ਚੂਜ਼ੇ ਇਕੱਠੇ ਬੜੇ ਹੁੰਦੇ ਨੇ, ਉੱਤੇ ਚੜ ਕੇ ਨਾ ਮਰਦੇ ਨੇ। ਦੇਖੋ, ਜਦੋਂ ਚੂਜ਼ਾ ਇਕੱਠਾ ਹੁੰਦਾ ਨਾ, ਉੱਪਰ ਚੜਦਾ ਹੈ, ਚੂਜ਼ੇ ਦੇ ਅੰਦਰ ਕੋਈ ਮਸਲਾ ਹੈ, ਜਾਂ ਤੇ ਉਹਨੂੰ ਬੁਖਾਰ ਜੇ ਤਾਂ ਇਕੱਠਾ ਹੁੰਦਾ ਚੂਜ਼ਾ, ਜਾਂ ਉਹਦਾ ਟੈਂਪਰੇਚਰ ਲੋ ਜਾਂਦਾ। ਇਹ ਦੋ ਕੰਮਾਂ 'ਚੋਂ ਇੱਕ ਕੰਮ ਹੈ। ਜੇ ਬੁਖਾਰ ਹੈ ਫਿਰ ਵੀ ਜਿੰਨਾ ਮਰਜ਼ੀ ਟੈਂਪਰੇਚਰ ਦੇ ਲਓ ਉਹਨੂੰ, ਉਹਨੇ ਇਕੱਠਾ ਹੀ ਹੋਣਾ। ਸਹੀ ਹੈ, ਯਾਨੀ ਕਿ ਉਹ ਢੇਰੀਆਂ ਬਣ ਕੇ ਥੱਲੇ ਥੱਲੇ ਆਉਂਦੇ ਨੇ, ਫਿਰ ਉਹ ਮਰ ਜਾਂਦੇ ਨੇ ਵਿਚਾਰੇ। ਸਹੀ ਹੈ। ਤੇ ਇਹ ਜਿਹੜੀ ਫੁੱਲ ਪੀਕ ਤੇ ਕਿੰਨੇ ਦਿਨਾਂ ਬਾਅਦ ਉਸਤਾਦ ਜੀ ਆ ਜਾਂਦੀ? ਕਿੰਨੇ ਹਫ਼ਤਿਆਂ ਬਾਅਦ ਮੁਰਗੀ ਜਿਹੜੀ ਹੈ ਅੰਡਾ ਦੇਣਾ ਸ਼ੁਰੂ ਕਰਦੀ ਹੈ? ਪੀਕ ਤੇ ਕਦੋਂ ਆਉਂਦੀ ਹੈ ਤੇ ਫਿਰ ਪੀਕ ਤੇ ਆਉਂਦੀ ਹੈ ਜਾ ਕੇ 21 ਹਫ਼ਤੇ ਦੀ ਜਦੋਂ ਹੁੰਦੀ ਹੈ ਨਾ ਜੀ, 21-22 ਹਫ਼ਤੇ ਦੀ ਫੁੱਲ ਪੀਕ ਤੇ ਆ ਜਾਂਦੀ ਫਿਰ। ਸਹੀ, ਫਿਰ ਇਹਦਾ ਫੁੱਲ ਹੀ ਹੋਰ ਹੈ। ਹਾਂਜੀ, ਫਿਰ ਇਹਦਾ ਫੁੱਲ ਜ਼ੋਰ ਹੁੰਦਾ ਅੰਡੇ ਦੇ, ਤੇ ਇਹ ਤਕਰੀਬਨ 30 ਹਫ਼ਤੇ ਦੀ ਕਰ ਜਾਂਦੀ। ਉਸ ਤੋਂ ਬਾਅਦ ਫਿਰ ਪਰਸੈਂਟੇਜ ਥੱਲੇ ਲੈ ਆਉਂਦੀ ਆਪਣੇ, ਥੱਲੇ ਲੈ ਆਉਂਦੀ ਹੈ। ਲੇਕਿਨ ਇਹ ਐਂਡ ਕਿੱਥੋਂ ਤੱਕ ਥੱਲੇ ਲੈਂਦੀ? ਉਸ ਤੋਂ ਬਾਅਦ ਮਤਲਬ ਇਹ ਤਕਰੀਬਨ ਐਂਡ 85% ਤੇ ਆ ਜਾਂਦੀ ਹੈ। ਉਸ ਤੋਂ ਬਾਅਦ ਥੱਲੇ ਨਹੀਂ ਕਰਦੀ। 90 ਜਿਹੜੀ ਮੁਰਗੀ ਸਹੀ ਹੋਵੇ 90 ਤੇ ਆ ਕੇ ਰੁਕ ਜਾਂਦੀ ਹੈ। ਹੁਣ 90 ਤੇ ਫਿਰ ਕਿੰਨੀ ਦੀ ਟਾਈਮ ਪੀਰੀਅਡ ਚੱਲਦੀ ਹੈ? 90 ਤੇ ਅਗਰ ਮੁਰਗੀ ਦੀ ਸਹੀ ਕੇਅਰ ਹੁੰਦੀ ਰਹੇ ਤੇ 90 ਤੇ ਖੜੀ ਰਹਿੰਦੀ, ਬੜੀ ਦੇਰ ਖੜੀ ਰਹਿੰਦੀ 90 ਤੇ। ਸਹੀ ਹੈ। ਉਸ ਤੋਂ ਬਾਅਦ ਫਿਰ ਆਉਂਦੀ ਹੈ ਥੱਲੇ 85 ਤੇ 87 ਤੇ ਆ ਕੇ ਰੁਕ ਜਾਂਦੀ। ਉਹ 2-3 ਮਹੀਨੇ ਕੱਢ ਲੈਂਦੀ ਕਿ ਜ਼ਿਆਦਾ ਟਾਈਮ ਕੱਢ ਜਾਂਦੀ ਹੈ? ਕੱਢ ਜਾਂਦੀ ਹੈ। ਸਹੀ ਹੈ। ਤੇ ਉਸ ਤੋਂ ਬਾਅਦ ਕੋਈ ਤੁਸੀਂ ਦੱਸਣਾ ਚਾਹੋ ਕਿ ਆਤੋ ਸ਼ੋਰਾਂ ਪਰਾਂ ਹੋਰ ਕੋਈ ਮਾਮਲਾ? ਦੇਖੋ ਜੀ, ਥੱਲੇ ਜਿਹੜਾ ਖਾਸ ਖਿਆਲ ਹੈ ਬੈੱਡ ਦਾ। ਬੈੱਡ ਹੈ ਜੀ, ਬੈੱਡ ਦਾ ਜਿਹੜਾ ਥੱਲੇ ਉਹ ਤੁਹਾਡਾ ਸਹੀ ਹੈ ਤੇ ਮੁਰਗੀ ਠੀਕ ਹੈ। ਅਗਰ ਬੈੱਡ ਥੱਲੇ ਖੁਸ਼ਕ ਨਹੀਂ ਹੈਗਾ, ਬੈੱਡ 'ਚ ਰੋੜੀ ਹੈ, ਬੈੱਡ ਜੰਮਿਆ ਪਿਆ, ਫਿਰ ਦੇਖੋ ਮੁਰਗੀ ਉੱਥੇ ਕੀ, ਮੁਰਗੀ ਨੇ ਰਹਿਣਾ ਕੀ ਕਰਨਾ ਹੈ, ਜਾਂ ਮੁਰਗੀ ਦਾ ਉੱਥੇ ਕੀ ਫਿਕਰ ਹੋਣਾ, ਫਿਰ ਮੁਰਗੀ ਬਰਬਾਦ ਹੈ ਸਾਰੀ। ਉਹ ਪੰਜੀ ਡੇਲੀ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ 5 ਵਜੇ ਇਹਦਾ ਯਾਨੀ ਕਿ ਰੋੜੀ ਨਾ ਬਣੇ ਵਿੱਚ,
ਸਹੀ ਹੋ ਗਿਆ। ਹਾਂਜੀ ਬੈੱਡ ਦਾ ਖੁਸ਼ਕ ਰਹੇ, ਬਿਹਤਰੀਨ ਇਹਦੇ ਵਾਸਤੇ। ਮੁਰਗੀ ਉਹਦੇ ਚ ਖੇਲੇ ਆਪਣਾ ਖੁਸ਼ ਰਹੇਗੀ। ਤੁਹਾਨੂੰ ਕੋਈ ਦੱਸ ਸਕਦੇ ਹੋ ਕਿ ਤੁਸੀਂ ਕੋਈ ਮੈਡੀਸਿਨ ਵਗੈਰਾ ਜਿਹੜੀ ਮਾਮੂਲ ਦੇ ਮੁਤਾਬਕ ਜਿਹੜੀਆਂ ਪੈਂਦੀਆਂ ਨੇ ਰੂਟੀਨ ਮੈਡੀਸਨ ਦੇ? ਜ਼ਿਆਦਾਤਰ ਇਹਨੂੰ ਐਡਕ ਵਗੈਰਾ ਚੱਲਦਾ ਹੀ ਰਹਿੰਦਾ ਹੈ। ਲੀਵਰ ਜਿਹੜਾ ਹੈ ਉਹ ਵੀ ਮਹੀਨੇ ਚ ਇਹਨੂੰ ਜਿਹੜਾ ਨਾ ਕੋਈ 2 ਹਫ਼ਤੇ ਇਹਨੂੰ ਚੱਲਦਾ ਰਹਿੰਦਾ। ਲੀਵਰ ਵੀ ਉਹਦੀ ਨਾਲ ਡੋਜ਼ ਕੀ ਹੈ, ਕਿੰਨੇ ਪਾਣੀ? ਲੀਵਰ ਜਿਹੜਾ ਹੈ ਨਾ ਜੀ ਅੱਛੀ ਕੰਪਨੀ ਦਾ ਫਿਰ ਤਾਂ ਉਹਦੀ ਕੋਈ ਹੈਗੀ ਹੈ, ਜਿਸ ਤਰ੍ਹਾਂ ਇੰਪੋਰਟਡ 4 ਸੀਸੀ ਦੇ ਵਿੱਚ ਪੈਂਦਾ ਹੈ। ਬਿਲਕੁਲ ਤੀਸਰਾ ਅਗਰ ਲੋਕਲ ਹੈ ਤੇ ਫਿਰ ਇੱਕ ਚ ਪੈਂਦਾ ਹੈ। ਸਹੀ ਹੋ ਗਿਆ। ਇਸ ਤੋਂ ਇਲਾਵਾ ਕੋਈ ਤੁਸੀਂ ਕਹਿਣਾ ਚਾਹੋ, ਦੱਸਣਾ ਚਾਹੋ ਇਹਨਾਂ ਨੂੰ ਕਰਨਾ ਚਾਹੀਦਾ ਕੰਮ ਸ਼ਾਮ? ਕੰਮ ਕਰਨਾ ਚਾਹੀਦਾ ਹੈ। ਕੰਮ ਹਰ ਮਾਨੇ ਤੇ ਕੋਈ ਛੋਟੇ ਤੇ ਹੋਵੇ ਕੋਈ ਵੱਡੇ ਤੇ ਵੀ ਕਰਨਾ ਚਾਹੀਦਾ ਹੈ। ਹੁਣ ਬਿਹਤਰੀਨ ਮੌਸਮ ਜਾ ਰਿਹਾ ਹਾਂਜੀ ਕੰਮ ਕਰਨਾ ਚਾਹੀਦਾ ਹੈ। ਦੇਖੋ ਜੀ ਫਾਇਦਾ ਨੁਕਸਾਨ ਵੱਧ ਹੈ। ਬਾਅਦ ਦਾ ਹਾਂਜੀ ਤੁਸੀਂ ਕੁਝ ਲਾਓਗੇ ਤਾਂ ਕੁਝ ਕਮਾਓਗੇ ਨਾ। ਹੋ ਗਿਆ। ਯਾਨੀ ਕਿ ਹੁਣ ਤੁਹਾਡੇ ਕਹਿਣ ਦਾ ਮਤਲਬ ਬਿਹਤਰੀਨ ਟਾਈਮ ਹੈ ਚੂਜ਼ਾ ਪਾਉਣ ਦਾ। ਹਾਂਜੀ ਇਹ ਪਾਉਣਾ ਚਾਹੀਦਾ ਹੁਣ? ਚੂਜ਼ਾ ਪਾਉਣਾ ਚਾਹੀਦਾ ਹੈ ਹੁਣ। ਅੱਛਾ ਜਿਹੜਾ ਹੁਣ ਪੈਣਾ ਉਹਨੇ ਅੰਡਾ ਕਦੋਂ ਦੇਣਾ ਜਾ ਕੇ? ਇਹ ਜਾ ਕੇ ਤੁਹਾਡਾ ਆ ਜਾਏਗਾ ਤਕਰੀਬਨ ਕੋਈ 8ਵੇਂ ਮਹੀਨੇ ਚ ਆ ਜਾਏਗਾ। 8ਵੇਂ ਮਹੀਨੇ ਚ ਆ ਜਾਏਗਾ। ਸਹੀ ਹੈ। ਤੇ ਉਸਤਾਦ ਜੀ ਜਦੋਂ ਚੂਜ਼ਾ ਪਾਣਾ ਐਂਡ ਤੱਕ ਕਿੰਨਾ ਖਰਚਾ ਆਈਏਗਾ ਮਤਲਬ? ਦੇਖੋ ਜੀ ਇੱਕ ਮੁਰਗੀ ਤੇ ਖਰਚਾ ਤਕਰੀਬਨ ਕੋਈ 14-1500 ਰੁਪਏ ਤਿਆਰ ਹੋਣ ਤੇ ਕਰਾਂਦਾ ਹੈ। ਹੁਣ ਮੇਰੇ ਖਿਆਲ ਨਾਲ ਥੋੜਾ ਹੋਰ ਮਜ਼ੀਦ ਘੱਟ ਹੈ ਜਾਏਗਾ ਕਿਉਂਕਿ ਮੁਰਗੀ ਸਸਤੀ ਹੋਈ ਹੈ। ਹਾਂਜੀ ਅੱਗੇ ਜਿਹੜੀ ਪਿਛਲੇ ਸਾਲ ਦੀ ਉਹ ਤਕਰੀਬਨ 1500 ਜਾ ਕੇ ਤਿਆਰ ਹੋਈ ਹੈ ਮੁਰਗੀ। 1500 ਜਿਹਦੇ ਕੋਈ ਥੋੜੀ ਡਿਸਟਰਬ ਹੋ ਗਈ ਉਹ 1700 ਚ ਵੀ ਪੈ ਗਈ ਹੈ, 1600 ਚ ਵੀ ਪੈ ਗਈ ਹੈ। ਲੇਕਿਨ ਅਸੀਂ ਆਪਣਾ ਦੱਸ ਰਹੇ ਹਾਂ ਜਿਹੜਾ ਸਾਡਾ ਇਹ ਸਿਸਟਮ ਤਿਆਰ ਹੋਇਆ। ਸਹੀ ਹੈ। ਤੇ ਇਹ ਅੰਡਾ ਜਦੋਂ ਛੋਟਾ ਅੰਡਾ ਸਾਈਜ਼ ਕਿੰਨੀ ਦੇਰ ਤੱਕ ਦਿੰਦੀ ਹੈ? ਜਿਹੜਾ ਸਟਾਰਟਰ ਅੰਡਾ ਹੈ ਜੀ ਸਟਾਰਟਰ ਅੰਡਾ ਇਹ ਤਕਰੀਬਨ ਕੋਈ ਦਿੰਦੀ ਹੈਗੀ 3 ਹਫ਼ਤੇ ਦੀ ਗੱਲ ਹੈ। ਮਤਲਬ 3 ਹਫ਼ਤੇ ਤੱਕ ਇਹ ਆਪਣਾ ਸਾਈਜ਼ ਪੂਰਾ ਕਰ ਜਾਂਦੀ ਹੈ ਜਾ ਕੇ, ਜਿਹੜਾ ਮਾਰਕੀਟ ਦੇ ਰਿਕੁਆਇਰਮੈਂਟ ਹੁੰਦੀ ਹੈ ਉਹਦੇ ਮੁਤਾਬਕ ਜਾ ਕੇ 3 ਹਫ਼ਤੇ ਲੈਂਦੀ ਹੈ। ਹਾਂਜੀ 3 ਹਫ਼ਤੇ ਸਟਾਰਟਰ ਹੀ ਹੁੰਦਾ ਹੈ। ਉਸ ਤੋਂ ਬਾਅਦ ਆਪਣਾ ਸਾਈਜ਼ ਬਿਹਤਰ ਕਰ ਦਿੰਦੀ ਹੈ। ਸਹੀ ਹੋ ਗਿਆ। ਉਸ ਤੋਂ ਇਲਾਵਾ ਇਹਦੀ ਟੋਟਲ ਏਜ ਕਿੰਨੀ ਹੁੰਦੀ ਹੈ? ਇਹ ਜੀ ਦੱਸਿਆ ਤੁਹਾਨੂੰ ਰਾਣਾ ਸਾਹਿਬ, ਤੁਸੀਂ ਇਹਨੂੰ ਕੇਅਰ ਕਰੋ ਤੇ 3 ਸਾਲ ਤੱਕ ਲਿਜਾ ਸਕਦੇ ਜੀ। ਮਤਲਬ ਬੈਂਡ ਏਜ ਇਹਦੀ 3 ਸਾਲ ਹੈ ਜੇ ਤੁਸੀਂ ਕੇਅਰ ਕੀਤੀ ਹੈ। ਹਾਂਜੀ 3 ਜੇ ਸਾਲ ਨਹੀਂ ਕੀਤੀ ਤੇ ਫਿਰ ਤੁਸੀਂ ਸਾਲ 1.5 ਸਾਲ ਬਾਅਦ ਇਹਨੂੰ ਖਲੀ ਵਲੀ ਕਰਨਾ ਪੈਣਾ ਤੁਹਾਨੂੰ। ਬਿਲਕੁਲ ਅਗਰ ਇਹਦੀ ਕੇਸ ਕੇਅਰ ਨਹੀਂ ਹੋਈ ਤੇ ਫਿਰ ਤੁਹਾਨੂੰ ਕਿਲ ਕਰਨੀ ਪੈਣੀ। ਉਹ ਬਾਕੀ ਇਹਨਾਂ ਨੂੰ ਅੱਗੇ ਨੈਕਸਟ ਵਲੌਗ ਵਿੱਚ ਦੱਸਾਂਗੇ ਮੋਲਡਿੰਗ ਤੇ ਕਿਵੇਂ ਲਾਣਾ ਹੈ ਸਿਸਟਮ ਸਾਰਾ ਪੈਂਡਿੰਗ ਹੁਣ ਕਿਉਂਕਿ ਵਲੌਗ ਲੰਬਾ ਹੋ ਰਿਹਾ। ਅੱਜ ਵਾਸਤੇ ਇੰਨਾ ਹੀ ਬੜਾ ਤੇ ਬਾਕੀ ਇਹਨੇ ਸਾਡੇ ਉਸਤਾਦ ਸੁਪਰਵਾਈਜ਼ਰ ਸੀਨੀਅਰ ਤੁਹਾਨੂੰ ਦੱਸਿਆ ਜਿਵੇਂ ਕਿ ਤੇ ਇਨਸ਼ਾਅੱਲਾ ਇਹਨਾਂ ਨਾਲ ਜਿਹੜਾ ਨਾ ਹਫ਼ਤੇ ਬਾਅਦ ਚੱਕਰ ਲਾਉਂਦੇ ਨੇ ਫਿਰ ਉਦੋਂ ਵਲੌਗ ਕਰ ਲਾਂ ਕਰਾਂਗੇ। ਤੇ ਬਾਕੀ ਮੇਰੇ ਖਿਆਲ ਦੇ ਮੁਤਾਬਿਕ ਤੇ ਸਾਰਾ ਕੁਝ ਕਲੀਅਰ ਹੋ ਗਿਆ। ਹੋਰ ਕੁਝ ਰਹਿ ਤਾਂ ਨਹੀਂ ਗਿਆ ਮੇਰੇ ਖਿਆਲ ਦੇ ਮੁਤਾਬਿਕ? ਸਭ ਕੁਝ ਕਲੀਅਰ ਹੋ ਗਿਆ। ਆ ਜਿਹੜੀ ਬੇਸਿਕ ਗੱਲਾਂ ਨੇ ਉਹ ਅਸੀਂ ਦੱਸ ਚੁੱਕੇ ਹਾਂ। ਜੀ ਜੀ ਇਸ ਤੋਂ ਇਲਾਵਾ ਜਿਹੜਾ ਕੋਈ ਰਹਿ ਜਾਂਦਾ ਜਿਹਨੇ ਕਿਸੇ ਨੇ ਕੁਝ ਪੁੱਛਣਾ ਹੋਵੇ ਤੇ ਉਹ ਪੁੱਛ ਸਕਦਾ ਹੈ। ਅਸੀਂ ਮਤਲਬ ਗਾਈਡ ਸ਼ਾਈਡ ਕਰ ਦਾਂਗੇ ਪੂਰਾ, ਕਿਉਂ ਜੀ? ਜੀ ਜੀ ਬਿਲਕੁਲ। ਤੇ ਜੋ ਸਾਡੇ ਇਲਮ ਦੇ ਵਿੱਚ ਹੈ ਉਹ ਤੁਹਾਨੂੰ ਅਸੀਂ ਦੱਸ ਦਿੱਤਾ ਹੈ। ਤੇ ਬਾਕੀ ਸਾਨੂੰ ਦਿਓ ਇਜਾਜ਼ਤ। ਇਨਸ਼ਾਅੱਲਾ ਮੁਲਾਕਾਤ ਹੁੰਦੀ ਹੈ ਜੀ ਨੈਕਸਟ ਵਲੌਗ ਵਿੱਚ। ਅੱਲਾਹ ਹਾਫਿਜ਼।